ठीक है स्टूडेंट्स। सो आओ ਅਸੀਂ ਅੱਜ ਲਾਸਟ ਲੈਕਚਰ ਡਿਸਕਸ ਕਰਦੇ ਹਾਂ ਚੈਪਟਰ ਇਲੈਕਟ੍ਰਿਸਿਟੀ ਕਲਾਸ 10th। ਸੋ ਇਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਹੀਟਿੰਗ ਇਫੈਕਟਸ ਆਫ ਇਲੈਕਟ੍ਰਿਕ ਕਰੰਟ। ਜਿਹੜਾ ਇਲੈਕਟ੍ਰਿਕ ਕਰੰਟ ਹੈ ਇਹਦੇ ਬਾਰੇ ਤੁਹਾਨੂੰ ਥੋੜੀ ਬਹੁਤ ਨੌਲੇਜ ਹੋਈ ਹੈ। ਸਾਨੂੰ ਪਤਾ ਹੀ ਆ ਕਿ ਜਦੋਂ ਵੀ ਕੋਈ ਵਾਇਰ ਆ ਇਹਦੇ ਥਰੂ ਕਰੰਟ ਜਾ ਰਿਹਾ ਵਾ ਉਹਦੇ ਵਿੱਚ ਥੋੜੀ ਹੀਟ ਵੀ ਪ੍ਰੋਡਿਊਸ ਹੁੰਦੀ ਆ। ਸੋ ਉਹ ਅਸੀਂ ਹੀਟ ਕਿਸ ਤਰ੍ਹਾਂ ਕੈਲਕੂਲੇਟ ਕਰ ਸਕਦੇ ਹਾਂ। ਹੀਟਿੰਗ ਇਫੈਕਟਸ ਆਫ ਇਲੈਕਟ੍ਰਿਕ ਕਰੰਟ, ਜਿਹੜੀ ਸੈੱਲ ਆ ਜਾਂ ਬੈਟਰੀ ਆ ਜਿਹਦੇ ਨਾਲ ਅਸੀਂ ਕਨੈਕਟ ਕਰਦੇ ਹਾਂ ਉਹ ਬੇਸਿਕਲੀ ਕੀ ਆ, ਇਟਸ ਅ ਸੋਰਸ ਆਫ ਕਿਹੜੀ એનર્ਜੀ ਦੱਸੋ ਜੀ। ਜਿਹੜੀ ਸੈੱਲ ਜਾਂ ਬੈਟਰੀ ਆ ਦੈਟ ਇਜ਼ ਅ ਸੋਰਸ ਆਫ heat energy. no, it's a source of electrical energy. Sun is a source of heat energy. Sun heat energy ਦਿੰਦਾ ਵਾ, ਬੈਟਰੀ ਸਾਨੂੰ ਇਲੈਕਟ੍ਰੀਕਲ એનર્ਜੀ ਪ੍ਰੋਵਾਈਡ ਕਰਦੀ ਹੈ। ਹੁਣ ਕਿਉਂਕਿ ਬੈਟਰੀ ਦੇ ਅੰਦਰ ਕੈਮੀਕਲ ਰਿਐਕਸ਼ਨਸ ਹੁੰਦੀਆਂ ਨੇ, ਇਸ ਕਰਕੇ ਉਹ ਜਿਹੜਾ ਵੀ ਕੰਡਕਟਰ ਹੈ ਜਾਂ ਰੈਜ਼ਿਸਟਰ ਹੈ ਉਹਦੇ ਅਕ੍ਰੋਸ ਬੈਟਰੀ ਜਿਹੜੀ ਆ ਉਹ ਪੋਟੈਂਸ਼ੀਅਲ ਡਿਫਰੈਂਸ ਪ੍ਰੋਵਾਈਡ ਕਰ ਦਿੰਦੀ ਆ। ਠੀਕ ਹੈ ਨਾ। ਜਿਸ ਪੋਟੈਂਸ਼ੀਅਲ ਡਿਫਰੈਂਸ ਦੇ ਕਾਰਨ ਉਸ ਜਿਹੜਾ ਸਰਕਿਟ ਹੈ ਉਹਦੇ ਵਿੱਚ ਕੀ ਫਲੋ ਕਰਦਾ ਹੈ, ਉਹਦੇ ਵਿੱਚ ਕਰੰਟ ਫਲੋ ਕਰਦਾ ਵਾ। ਠੀਕ ਹੈ ਜੀ। ਸੋ ਬੇਸਿਕਲੀ ਤੁਸੀਂ ਦੇਖਿਆ ਕਿ ਜਿਹੜੀ ਬੈਟਰੀ ਦੀ ਇਲੈਕਟ੍ਰੀਕਲ એનર્ਜੀ ਆ ਉਹ ਇਲੈਕਟ੍ਰੀਕਲ એનર્ਜੀ ਪ੍ਰੋਵਾਈਡ ਕਰਦੀ ਆ, ਉਹਦੀ ਕੈਮੀਕਲ એનર્ਜੀ ਆ ਬੇਸਿਕਲੀ ਬੈਟਰੀ ਦੇ ਅੰਦਰ। ਉਹ ਬੈਟਰੀ ਦੀ ਜਿਹੜੀ ਕੈਮੀਕਲ એનર્ਜੀ ਆ ਉਹ ਬੇਸਿਕਲੀ ਇਲੈਕਟ੍ਰੀਕਲ એનર્ਜੀ ਦੇ ਵਿੱਚ ਕਨਵਰਟ ਹੋ ਰਹੀ ਹੈ। ਐਮ ਆਈ ਰਾਈਟ ਜੀ। ਅੱਛਾ, ਹੁਣ ਇਸ ਫਲੋ ਨੂੰ ਮੇਨਟੇਨ ਕਰਨ ਵਾਸਤੇ ਜਿਹੜੇ ਇਲੈਕਟ੍ਰੋਨਸ ਫਲੋ ਕਰ ਰਹੇ ਨੇ, ਜਿਹੜਾ ਕਰੰਟ ਫਲੋ ਕਰ ਰਿਹਾ ਵਾ, ਸਾਨੂੰ ਕੰਟੀਨਿਊਸਲੀ એનર્ਜੀ ਜਿਹੜੀ ਹੈ ਪ੍ਰੋਵਾਈਡ ਕਰਨੀ ਪਏਗੀ। ਠੀਕ ਹੈ ਨਾ। ਨਾਓ ਇਸ એનર્ਜੀ ਦਾ ਕੁਝ ਪਾਰਟ ਹੀ ਜਿਹੜਾ ਵਾ ਉਹ ਕਰੰਟ ਨੂੰ, ਜਿਹੜੀ ਬੈਟਰੀ ਪ੍ਰੋਵਾਈਡ ਕਰਦੀ ਆ એનર્ਜੀ, ਉਸ એનર્ਜੀ ਦਾ ਕੁਝ ਪਾਰਟ ਕਰੰਟ ਨੂੰ ਫਲੋ ਕਰਨ 'ਚ ਸਸਟੇਨ ਕਰਦਾ ਵਾ, ਹੈਲਪ ਕਰਦਾ ਵਾ। ਤੇ ਬਾਕੀ ਜਿਹੜਾ ਪਾਰਟ ਆ ਉਹ ਮਤਲਬ ਕਿ ਉਹ ਐਜ਼ ਏ ਹੀਟ એનર્ਜੀ ਕਹਿ ਲਓ ਵੇਸਟ ਹੋ ਜਾਂਦਾ ਵਾ। ਠੀਕ ਹੈ ਨਾ। ਸੋ ਇਹਦੇ ਨਾਲ ਉਹ ਜਿਹੜੇ ਐਪਲਾਇੰਸਿਸ ਨੇ ਜਿਨ੍ਹਾਂ ਦੇ ਥਰੂ ਕਰੰਟ ਪਾਸ ਹੋ ਰਿਹਾ ਵਾ ਉਹਨਾਂ ਦਾ ਟੈਂਪਰੇਚਰ ਰੇਜ਼ ਹੋ ਜਾਂਦਾ ਵਾ। ਬੇਸਿਕਲੀ ਉਹ ਜਿਹੜਾ ਟੈਂਪਰੇਚਰ ਰੇਜ਼ ਹੋਇਆ, ਜਿੱਥੇ ਸਾਨੂੰ ਕਰੰਟ ਦੀ ਲੋੜ ਆ ਉੱਥੇ ਤਾਂ ਕੀ ਕਹਿੰਦੇ ਆ ਉਹ ਵੇਸਟ ਹੋ ਗਿਆ। ਬਟ ਕਈ ਜਗ੍ਹਾ ਤੇ ਉਹ ਹੀਟ એનર્ਜੀ ਨੂੰ ਅਸੀਂ ਯੂਜ਼ਫੁਲ ਪਰਪਸ ਵਾਸਤੇ ਯੂਟਿਲਾਈਜ਼ ਕਰ ਲੈਂਦੇ ਹਾਂ। ਜਿਸ ਤਰ੍ਹਾਂ ਕਿ ਸਟੂਡੈਂਟਸ ਤੁਹਾਡੇ ਘਰ ਦੇ ਕੀ ਕਹਿੰਦੇ ਆ, ਇਹ ਕੀ ਆ, ਪੰਜਾਬੀ 'ਚ ਅਸੀਂ ਇਹਨੂੰ ਇਸਤਰੀ ਕਹਿੰਦੇ ਆ। ਬੇਸਿਕਲੀ ਇਹ ਕੀ ਆ, ਇਹ ਤੁਹਾਡੀ ਉਹ ਆ, ਦਿਸ ਇਜ਼ ਅ ਪ੍ਰੈਸ, ਜਿਹਨੂੰ ਅਸੀਂ ਪ੍ਰੈਸ ਵੀ ਕਹਿੰਦੇ ਆ, ਇਸਤਰੀ ਕਹਿੰਦੇ ਆ, ਜਾਂ ਤੁਸੀਂ ਇਹਨੂੰ ਆਇਰਨ ਕਹਿ ਸਕਦੇ ਹੋ, ਹੈ ਨਾ, ਟੂ ਆਇਰਨ ਯੂਰ ਕਲੋਥਸ। ਸੋ ਇਹਦੇ ਵਿੱਚ ਵੀ ਇੱਕ ਰਜਿਸਟਰ ਹੈ। ਉਸ ਰਜਿਸਟਰ ਦੇ ਥਰੂ ਜਦੋਂ ਕਰੰਟ ਪਾਸ ਹੁੰਦਾ ਵਾ, ਅਸੀਂ ਇਹਨੂੰ ਓਬਵੀਅਸਲੀ ਇਹਨੂੰ ਮਤਲਬ ਕਿ ਅਸੀਂ ਬੈਟਰੀ ਨਾਲ ਕਨੈਕਟ ਨਹੀਂ ਕਰਦੇ। ਇਹਦੀ ਜਿਹੜੀ ਇਲੈਕਟ੍ਰੀਕਲ ਪਾਵਰ ਆ ਉਹ ਸਾਨੂੰ ਡਾਇਰੈਕਟ ਸਾਨੂੰ ਸਵਿਚ ਤੋਂ ਮਿਲਦੀ ਹੈ ਨਾ ਆਪਣੇ ਘਰ ਦੇ ਵਿੱਚ। ਜਦੋਂ ਕਰੰਟ ਪਾਸ ਹੁੰਦਾ ਵਾ ਤੇ ਜਦੋਂ ਇਸ ਰਜਿਸਟਰ ਦੇ ਵਿੱਚੋਂ ਕਰੰਟ ਪਾਸ ਹੁੰਦਾ ਵਾ ਤੇ ਇਹ ਇਹਦਾ ਹੀਟ ਪ੍ਰੋਡਿਊਸ ਹੁੰਦੀ ਆ। ਸੋ ਵੀ ਵਾਂਟ ਟੂ ਕੈਲਕੂਲੇਟ ਕਿ ਉਹ ਕਿੰਨੀ ਹੀਟ ਜਿਹੜੀ ਆ ਉਹ ਪ੍ਰੋਡਿਊਸ ਹੁੰਦੀ ਆ। ਆਓ ਆਪਾਂ ਹੁਣ ਉਸ ਹੀਟ ਨੂੰ ਕੈਲਕੂਲੇਟ ਕਰੀਏ। ਠੀਕ ਹੈ ਜੀ। ਹੁਣ ਦੇਖੋ ਸਟੂਡੈਂਟਸ, ਸਾਨੂੰ ਪਤਾ ਹੀ ਆ ਕਿ ਜਿਹੜਾ ਕੰਡਕਟਰ ਜਿਹੜਾ ਵਾ ਐਜ਼ ਏ ਰੈਜ਼ਿਸਟੈਂਸ ਵਾਇਰ, ਉਹ ਕਰੰਟ ਨੂੰ ਬਲੌਕ ਕਰਨ ਦੀ ਕੋਸ਼ਿਸ਼ ਕਰਦਾ ਵਾ। ਠੀਕ ਹੈ ਨਾ। ਸੋ ਇਹਦਾ ਮਤਲਬ ਕੀ ਹੋਇਆ ਕਿ ਕੁਝ ਸਾਨੂੰ ਵਰਕ ਡਨ ਕਰਨਾ ਪਏਗਾ ਉਸ ਕਰੰਟ ਨੂੰ ਫਲੋ ਕਰਾਉਣ ਵਾਸਤੇ। ਐਮ ਆਈ ਰਾਈਟ। ਇੱਕ ਸਾਡੇ ਕੋਲ ਇਹ ਮੰਨ ਲਓ ਰਜਿਸਟਰ ਹੈ। ਠੀਕ ਹੈ, ਇਹ ਬਲੌਕ ਕਰਦਾ ਵਾ ਕਰੰਟ ਨੂੰ ਫਲੋ ਕਰਨ 'ਚ। ਸੋ ਸਾਨੂੰ ਵਰਕ ਡਨ ਕਰਨਾ ਪਏਗਾ ਟੂ overcome that resistance so that the current flows. ਠੀਕ ਹੈ ਨਾ। ਸੋ ਨਾਓ ਅਸੀਂ ਹੁਣ ਕੀ ਕਹਿੰਦੇ ਆ, ਵਰਕ ਡਨ ਕੈਲਕੂਲੇਟ ਕਰਦੇ ਆ ਜਦੋਂ ਕਰੰਟ I ਫਲੋ ਕਰ ਰਿਹਾ ਵਾ, I ਕਰੰਟ ਫਲੋ ਕਰ ਰਿਹਾ ਵਾ ਥਰੂ ਏ ਵਾਇਰ ਜਿਹਦਾ ਰੈਜ਼ਿਸਟੈਂਸ R ਹੈ। ਰਾਈਟ। ਹੁਣ ਲੈਟਸ ਸੇ ਇਲੈਕਟ੍ਰਿਕ ਚਾਰਜ Q ਮੂਵ ਕਰ ਰਿਹਾ ਵਾ, ਠੀਕ ਹੈ, ਅਗੇਂਸਟ ਅ ਪੋਟੈਂਸ਼ੀਅਲ ਡਿਫਰੈਂਸ ਆਫ V। ਠੀਕ ਹੈ, ਕਲੀਅਰ ਹੋ ਗਈ ਗੱਲ। ਇੱਕ ਇਲੈਕਟ੍ਰਿਕ ਵਾਇਰ ਹੈ ਜਿਹਦੇ ਵਿੱਚ ਜਿਹਦਾ ਰੈਜ਼ਿਸਟੈਂਸ ਕਿੰਨਾ ਹੈ, R। ਰੈਜ਼ਿਸਟੈਂਸ R ਦੇ ਕਾਰਨ ਹੀ ਕਰੰਟ ਫਲੋ ਕਰਨ 'ਚ ਦਿੱਕਤ ਆ ਰਹੀ ਹੈ। ਐਮ ਆਈ ਰਾਈਟ। ਸੋ ਸਾਨੂੰ ਵਰਕ ਡਨ ਕਰਨਾ ਪੈ ਰਿਹਾ ਵਾ ਟੂ ਓਵਰਕਮ ਦੈਟ
resistance, very right, ਸਿੱਧਾ ਬੈਠੋ। now ਉਹ ਹੁਣ ਕੀ ਹੈ ਕਿ Q ਚਾਰਜ ਨੂੰ ਅਸੀਂ ਮੂਵ ਕਰਨਾ ਵਾ, ਠੀਕ ਹੈ ਨਾ, ਅਗੇਂਸਟ ਅ ਪੋਟੈਂਸ਼ੀਅਲ ਡਿਫਰੈਂਸ ਆਫ V, very good। ਸੋ ਆਪਾਂ ਕੈਲਕੂਲੇਟ ਕਰਨਾ ਵਾ ਵਰਕ ਡਨ। ਸੋ ਸਟੂਡੈਂਟਸ ਅਮਾਊਂਟ ਆਫ ਵਰਕ ਜਿਹੜਾ ਹੋਏਗਾ, ਅਮਾਊਂਟ ਆਫ ਵਰਕ ਡਨ, ਇਹ ਕਿੱਥੋਂ ਕੀ ਕਹਿੰਦੇ ਸਾਡੇ ਕੋਲ ਆਏਗੀ ਡੈਫੀਨੇਸ਼ਨ। ਤੁਹਾਨੂੰ ਯਾਦ ਹੋਏਗਾ ਜਦੋਂ ਅਸੀਂ ਪੋਟੈਂਸ਼ੀਅਲ ਡਿਫਰੈਂਸ ਨੂੰ ਡਿਫਾਈਨ ਕੀਤਾ ਸੀ, ਸੋ ਸ਼ਾਇਦ ਕਿਸੇ ਨੂੰ ਯਾਦ ਹੋਏਗਾ, ਪੋਟੈਂਸ਼ੀਅਲ ਡਿਫਰੈਂਸ ਇਜ਼ ਡਿਫਾਈਨਡ ਐਜ਼, ਹਾਂਜੀ ਕਿਸੇ ਬੱਚੇ ਨੂੰ ਤੁਹਾਡੇ ਵਿੱਚੋਂ ਜਾਂ ਆਨਲਾਈਨ ਸਰਗੁਣ ਕਿਸੇ ਬੱਚੇ ਨੂੰ ਯਾਦ ਹੈ ਕਿ ਪੋਟੈਂਸ਼ੀਅਲ ਡਿਫਰੈਂਸ ਨੂੰ ਕਿੱਦਾਂ ਡਿਫਾਈਨ ਕੀਤਾ ਸੀ ਆਪਾਂ? work done by ਵਰਕ Q, ਡਨ, ਵਰਕ ਡਨ ਡਿਵਾਈਡਡ ਬਾय Q, Q, ਬਿਲਕੁਲ ਠੀਕ, ਵੈਰੀ ਗੁੱਡ ਰਮਨਪ੍ਰੀਤ ਕੌਰ। ਪੋਟੈਂਸ਼ੀਅਲ ਡਿਫਰੈਂਸ ਦਾ ਮਤਲਬ ਹੀ ਇਹ ਆ, potential difference is the work done in moving unit charge from one point to another point. So work V, potential difference is equal to that work done divided by Q। ਇੱਥੋਂ ਸਾਡੇ ਕੋਲ ਆ ਗਿਆ W is equal to, ਬੋਲੋ ਜੀ, V into Q। what is V? potential difference। Q ਜਿਹੜਾ ਵਾ ਚਾਰਜ ਹੈ। very good, that's great। ਹੁਣ what about the definition of current? definition of current, yes, yes, Amitoj Singh, what is the definition of current? rate of flow of charge, so that is Q divided by T। ਇੱਥੋਂ ਸਾਡੇ ਕੋਲ Q ਦਾ ਐਕਸਪ੍ਰੈਸ਼ਨ ਆ ਗਿਆ, ਬੋਲੋ ਸਟੂਡੈਂਟਸ, Q is equal to ਬੋਲੋ ਜੀ I into T, I into T। ਇਹ ਵੈਲਿਊ ਨੂੰ ਅਸੀਂ ਪੁੱਟ ਕਰ ਦਿੰਨੇ ਆ, ਸੋ ਸਾਡੇ ਕੋਲ ਆ ਗਿਆ W is equal to V into Q ਦੀ ਜਗ੍ਹਾ ਅਸੀਂ ਕੀ ਲਿਖ ਦਾਂਗੇ? I into T। very good। Q ਦੀ ਜਗ੍ਹਾ ਅਸੀਂ I ਲਿਖ ਦਿੱਤਾ। ਓਕੇ, ਨਾਓ V ਨੂੰ ਵੀ ਅਸੀਂ ਗਾਇਬ ਕਰਨਾ ਵਾ। V ਨੂੰ ਅਸੀਂ ਕਿਹੜੇ ਲਾਅ ਤੋਂ ਗਾਇਬ ਕਰਾਂਗੇ? ਫਰੋਮ Ohm's law। yes, ਮੈਨੂੰ ਬੜੀ ਖੁਸ਼ੀ ਹੋਏਗੀ। yes Manrose, what is Ohm's law? V is equal to IR। V is equal to IR। can anyone state? Hanji Bobo, what is, can you state Ohm's law? can you state Ohm's law? The potential difference, yes Sargun, can you state Ohm's law? potential difference across two ends of a resistor or conductor is directly proportional to the, wait, कोई बच्चा online? the potential difference flow of current is directly proportional to the, yes, V is directly proportional to, hanji, I। V is directly proportional to I। ਤੁਹਾਨੂੰ ਪਤਾ ਹੀ ਨਹੀਂ ਹੈ। okay, V is equal to I, ਜਾਂ ਅਸੀਂ ਕਹਿ ਸਕਦੇ ਹਾਂ V is equal to IR। ਇਹ ਕਿਹੜਾ ਲਾਅ ਹੈ? Ohm's law। V is equal to IR ਆ ਗਿਆ। V ਦੀ ਵੈਲਿਊ ਅਸੀਂ ਇਹ 'ਚ ਪੁੱਟ ਕਰ ਦੋ W ਦੇ ਵਿੱਚ। ਸੋ W ਕੀ ਆ ਗਿਆ? W is equal to V ਦੀ ਜਗ੍ਹਾ IR into I into T। T ਕੀ ਆ? T ਟਾਈਮ ਆ ਜਿਹਦੇ ਦੌਰਾਨ ਕਰੰਟ ਫਲੋ ਕੀਤਾ, ਜਾਂ ਜਿਹਦੇ ਦੌਰਾਨ Q ਨੇ ਫਲੋ ਕੀਤਾ, ਹੈ ਨਾ। Q ਚਾਰਜ ਨੇ T ਟਾਈਮ 'ਚ ਫਲੋ ਕੀਤਾ, ਉਹਨੂੰ ਹੀ ਅਸੀਂ ਕਰੰਟ ਕਹਿੰਦੇ ਆ I। ਸੋ W is equal to ਕੀ ਆ ਗਿਆ? W is equal to, ਬੋਲੋ ਸਟੂਡੈਂਟਸ, ਫਾਰਮੂਲਾ ਆ ਗਿਆ, I is the square ਹੋ ਗਿਆ, ਬੋਲੋ ਜੀ ਸਰਗੁਣ। W is equal to, yes ਸਰਗੁਣ, I square R T। ਸੋ ਇਹ ਸਾਡੇ ਕੋਲ ਇੱਕ ਫਾਰਮੂਲਾ ਮਿਲ ਗਿਆ ਵਰਕ ਡਨ ਦਾ। ਇਹਦਾ ਮਤਲਬ ਜੇ ਕਿਸੇ ਰੈਜ਼ਿਸਟਰ ਦੇ ਥਰੂ ਕਰੰਟ ਜਿਹੜਾ ਫਲੋ ਕਰ ਰਿਹਾ I ਹੋਵੇ, ਉਹ ਕਰੰਟ T ਟਾਈਮ ਵਾਸਤੇ ਫਲੋ ਕੀਤਾ, ਰੈਜ਼ਿਸਟੈਂਸ ਉਹਦਾ R ਆ, ਤੇ ਕਿੰਨਾ ਵਰਕ ਡਨ ਕਰਨਾ ਪਿਆ ਉਸ ਰੈਜ਼ਿਸਟੈਂਸ ਨੂੰ ਓਵਰਕਮ ਕਰਨ ਵਾਸਤੇ? I square R T। ਸਟੂਡੈਂਟਸ ਇਹ ਤੁਹਾਡੇ ਕੋਲ ਬਹੁਤ ਇੰਪੋਰਟੈਂਟ ਇੱਕ ਕੀ ਕਹਿੰਦੇ ਆ ਫਾਰਮੂਲਾ ਆ ਗਿਆ ਵਾ, ਠੀਕ ਹੈ। ਇਹ ਫਾਰਮੂਲਾ ਤੁਹਾਨੂੰ ਕੀ ਕਹਿੰਦੇ ਆ ਹੈਲਪ ਕਰੇਗਾ। ਓਕੇ ਜੀ। ਸੋ ਹੁਣ ਤੁਸੀਂ ਦੇਖੋ ਕਿ ਅਸੀਂ ਜੇ ਅਸਿਊਮ ਕਰੀਏ ਕਿ ਸਾਰਾ ਇਲੈਕਟ੍ਰੀਕਲ ਵਰਕ ਡਨ ਔਰ ਇਲੈਕਟ੍ਰੀਕਲ એનર્ਜੀ ਕੰਜ਼ਿਊਮ ਜਿਹੜੀ ਹੋਈ ਆ ਉਹ ਹੀਟ એનર્ਜੀ 'ਚ ਕਨਵਰਟ ਹੋ ਗਈ। ਮੰਨ ਲਓ ਜਿੰਨੀ ਵੀ ਆ ਜਿਹੜਾ ਸਵਿਚ ਆ
ਜਿਹਦੇ ਵਿੱਚੋਂ ਆਪਾਂ ਜਿਹਦੇ ਵਿੱਚ ਇਲੈਕਟ੍ਰੀਕਲ એનર્ਜੀ ਲਈ ਉਸ ਆਇਰਨ ਨੇ, ਉਹ ਜਿੰਨੀ ਵੀ ਇਲੈਕਟ੍ਰੀਕਲ એનર્ਜੀ ਲਈ ਮੰਨ ਲਓ ਉਹ ਸਾਰੀ ਹੀਟ એનર્ਜੀ 'ਚ ਕਨਵਰਟ ਹੋ ਗਈ। ਠੀਕ ਹੈ ਜੀ। ਤੇ ਫਿਰ ਅਸੀਂ ਕਹਿ ਸਕਦੇ ਹਾਂ ਕਿ ਉਹ ਜਿਹੜੀ ਹੀਟ એનર્ਜੀ ਇਲੈਕਟ੍ਰੀਕਲ એનર્ਜੀ ਤੋਂ ਜਿਹੜੀ ਹੀਟ એનર્ਜੀ 'ਚ ਕਨਵਰਟ ਹੋਈ, ਸੋ ਵਾਟ ਇਜ਼ ਦੈਟ, ਉਹੀ ਵਰਕ ਡਨ ਹੀਟ એનર્ਜੀ 'ਚ ਕਨਵਰਟ ਹੋ ਗਿਆ। ਸੋ ਅਸੀਂ ਇਹਨੂੰ ਲਿਖ ਦਿੰਦੇ ਹਾਂ H। ਸੋ ਹੀਟ એનર્ਜੀ ਜਿਹੜੀ ਪ੍ਰੋਡਿਊਸ ਹੋਈ ਇਜ਼ ਇਕੁਅਲ ਟੂ ਵਰਕ ਡਨ, that is also equal to I square RT। ਠੀਕ ਹੈ ਸਟੂਡੈਂਟਸ, ਇਹਨੂੰ ਅਸੀਂ ਕਹਿੰਦੇ ਆ ਜਾਊਲਸ law of heating। ठीक है, what is Joule's law of heating? The heat produced, ਜਦੋਂ heat produced ਜਦੋਂ ਕਿ ਇੱਕ ਮੰਨ ਲਓ ਤੁਹਾਡੇ ਕੋਲ ਇੱਕ ਰੈਜ਼ਿਸਟਰ ਹੈ, ਉਹਦਾ ਰੈਜ਼ਿਸਟੈਂਸ R ਹੈ, ਉਹਦੇ ਵਿੱਚੋਂ I ਕਰੰਟ ਫਲੋ ਕਰ ਰਿਹਾ ਵਾ ਕਿੰਨੇ ਟਾਈਮ ਵਾਸਤੇ, T ਟਾਈਮ ਵਾਸਤੇ। ਸੋ ਹੀਟ ਪ੍ਰੋਡਿਊਸਡ ਵਿਲ ਬੀ ਇਕੁਅਲ ਟੂ the work done, and that is equal to I square RT, Joule's law of heating। ठीक है ना। सो इस law तो सानू ये पता लग रहा वा नंबर 1 ਜਿਹੜੀ ਹੀਟ ਪ੍ਰੋਡਿਊਸਡ ਹੈ sorry, ਜਿਹੜੀ ਹੀਟ ਪ੍ਰੋਡਿਊਸਡ ਆ that is directly proportional to square of current, that is directly proportional to square of current। students, ਇਹ ਬੜੀ ਇੰਪੋਰਟੈਂਟ ਚੀਜ਼ ਆ। ਇਸੇ ਕਰਕੇ ਜਿਹੜੀਆਂ ਤਾਰਾਂ ਦੇ ਥਰੂ, ਜਿਹੜੀਆਂ ਤਾਰਾਂ ਸਾਡੇ ਘਰ ਦੇ ਉੱਪਰ ਹਾਈ ਟੈਂਸ਼ਨ ਕੇਬਲ ਜਾਂ ਹਾਈ ਵੋਲਟੇਜ ਕੇਬਲਸ ਹੁੰਦੀਆਂ ਨੇ ਨਾ, ਸੋ ਤੁਸੀਂ ਦੇਖੋ ਉਹਨਾਂ ਨੂੰ ਹਾਈ ਵੋਲਟੇਜ ਕੇਬਲ ਕਹਿੰਦੇ ਆ, ਹਾਈ ਕਰੰਟ ਕੇਬਲ ਨਹੀਂ ਕਹਿੰਦੇ। ਕਿਉਂ? ਉਹਨਾਂ ਦੀ ਟਰਾਂਸਫਾਰਮਰ ਦੀ ਹੈਲਪ ਦੇ ਨਾਲ, ਟਰਾਂਸਫਾਰਮਰ ਇੱਕ ਡਿਵਾਈਸ ਆ ਜਿਹੜਾ ਮਤਲਬ ਵੋਲਟੇਜ ਨੂੰ ਅਪ ਜਾਂ ਡਾਊਨ ਕਰ ਸਕਦਾ ਵਾ। ਠੀਕ ਹੈ ਜੀ। ਸੋ ਇਹਦੇ ਨਾਲ ਕੀ ਹੋਏਗਾ ਸਟੂਡੈਂਟਸ, ਮੈਂ ਤੁਹਾਨੂੰ ਦੱਸਦਾ ਵਾਂ ਕਿ ਜਦੋਂ ਅਸੀਂ ਕਰੰਟ ਜੇ ਮੰਨ ਲਓ ਜਿੰਨਾ ਜੇ ਇਲੈਕਟ੍ਰਿਸਿਟੀ ਪਾਸ ਹੋ ਰਹੀ ਆ ਤਾਰਾਂ ਦੇ ਵਿੱਚੋਂ, ਤੇ ਮੰਨ ਲਓ ਉਹਨਾਂ ਦਾ ਕਰੰਟ, ਉਹਨਾਂ ਦੇ ਵਿੱਚ ਕਰੰਟ ਜਿਹੜਾ ਪਾਸ ਹੋ ਰਿਹਾ ਉਹ ਬਹੁਤ ਜ਼ਿਆਦਾ ਵਾ, ਤੇ ਹੀਟਿੰਗ ਇਫੈਕਟ ਬਹੁਤ ਜ਼ਿਆਦਾ ਹੋ ਜਾਣਗੇ। ਕਿਉਂ? ਕਿਉਂਕਿ ਹੀਟਿੰਗ ਇਫੈਕਟਸ ਆਰ ਪ੍ਰੋਪੋਰਸ਼ਨਲ ਟੂ ਮਨਸਿਮਰਤ square of, not proportional to current, they are proportional to square of current। am I right? so current बहुत ज़्यादा प्रोड्यूस, हीट बहुत ज़्यादा प्रोड्यूस हो रही है, अल्टीमेटली की होगी वो वायर का टेंपरेचर हाई हो जाएगा, तो वायर मेल्ट कर जाएगी, लोग थले आ उन्होंने करंट लग सकता हो। ठीक है। इसे करके जो भी इलैक्ट्रिसिटी हाई टेंशन केबल ਦੇ ਵਿੱਚੋਂ ट्रांसफर ਕਰਦੇ ਆ, ਉਹਦੀ ਵੋਲਟੇਜ ਨੂੰ ਅਪ ਕਰ ਦਿੰਦੇ ਆ, ਉਹਦੀ ਵੋਲਟੇਜ ਨੂੰ ਅਪ ਕਰ ਦਿੰਦੇ ਆ। ਵੋਲਟੇਜ ਅਪ ਕਰਨ ਦੇ ਕਾਰਨ ਕਰੰਟ ਘਟ ਜਾਂਦਾ ਵਾ। ਉਸ ਤੋਂ ਬਾਅਦ ਦੁਬਾਰਾ ਜਦੋਂ ਇਹਨੂੰ ਕਰੰਟ ਸਪਲਾਈ ਕਰਦੇ ਆ, ਉਹਦਾ ਕਰੰਟ ਫੇਰ ਅਪ ਕਰ ਦਿੰਦੇ ਆ ਤੇ ਫੇਰ ਕਰੰਟ ਸਪਲਾਈ ਕਰਦੇ ਆ। ਸੋ ਸਟੈਪ ਡਾਊਨ ਤੇ ਸਟੈਪ ਅਪ ਟਰਾਂਸਫਾਰਮਰ ਦੇ ਨਾਲ ਇਹ ਕੰਮ ਹੁੰਦਾ ਵਾ। ਰਾਈਟ, ਇਹ ਪਹਿਲੀ ਗੱਲ ਆ ਗਈ। ਦੂਜੀ ਗੱਲ ਉਹ ਕਹਿੰਦਾ ਵਾ ਕਿ ਦਿਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਜਿਹੜੀ ਹੀਟ ਆ। ਤੁਸੀਂ ਇੱਥੋਂ ਦੇਖੋ R, ਜਿੰਨਾ ਰੈਜ਼ਿਸਟੈਂਸ ਜ਼ਿਆਦਾ ਹੋਏਗਾ ਹੀਟ ਪ੍ਰੋਡਿਊਸ ਉਨੀ ਜ਼ਿਆਦਾ ਹੋਏਗੀ। ਨੰਬਰ 3, it is also directly proportional to time for which the current flows through the resistor। so जिन्ना टाइम ज़्यादा, तुसी देखो इहदा प्रैक्टिकल की है, कोई बच्चा कोई तुहानू बंदा पूछे कि की तुसी प्रैक्टिकली डेमोनस्ट्रेट कर सकते हो कि जिहड़ी Joule's law of heating मतलब जिहड़ी हीट प्रोड्यूस आ दैट इज डायरेक्टली प्रोपोर्शनल टू टाइम। हाँ, तुसी एक वायर नू रख दो, प्रेस नू रख दो, कुछ देर तक ਉਹਦਾ ਟੈਂਪਰੇਚਰ ਵੱਧਦਾ ਬਹੁਤ ਵੱਧ ਜਾਏਗਾ। am I right? ਉਹਦਾ ਟੈਂਪਰੇਚਰ ਵੱਧਦਾ ਜਾਏਗਾ। ਓਕੇ, ਸੋ ਸਟੂਡੈਂਟਸ ਇਹ ਤਿੰਨ ਅਸੀਂ ਜਜਮੈਂਟਸ ਲਈਆਂ ਨੇ Joule's law of heating ਤੋਂ। ਇਸ ਤੋਂ ਬਾਅਦ ਆਪਾਂ ਇੱਕ ਸਮ ਕਰਦੇ ਹਾਂ। ਇਲੈਕਟ੍ਰਿਕ ਆਇਰਨ ਆ, ਠੀਕ ਆ, ਇਲੈਕਟ੍ਰਿਕ ਆਇਰਨ ਇਸਤਰੀ, ਇਲੈਕਟ੍ਰਿਕ ਆਇਰਨ ਉਹਦਾ ਰੈਜ਼ਿਸਟੈਂਸ ਆ 25 ਓਮ। ਤੁਸੀਂ ਦੇਖੋ ਇਹਦਾ ਰੈਜ਼ਿਸਟੈਂਸ ਜ਼ਿਆਦਾ ਦਿੱਤਾ ਵਾ। ਕਿਉਂ ਰੈਜ਼ਿਸਟੈਂਸ ਜ਼ਿਆਦਾ ਦਿੱਤਾ? ਕਿਉਂਕਿ Joule's law ਕੀ ਕਹਿੰਦਾ ਵਾ, ਹੀਟ ਪ੍ਰੋਡਿਊਸਡ is equal to I square RT। तो जिन्ना रेजिस्टेंस ज्यादा होएगा ਇਹਦਾ उन्ना ही हीट भी ज्यादा प्रोड्यूस होएगी। ठीक है जी। सो ਇਹਦਾ ਆਪਾਂ ਦਿੱਤਾ ਇਹਦਾ 25 ओम ਇਹਦਾ रेजिस्टेंस है ਤੇ करंट फ्लो कर ਰਿਹਾ 7 एम्पीयर ਦਾ। ठीक है जी। ਦੱਸੋ ਜੀ ਕਿੰਨੀ ਹੀਟ ਪ੍ਰੋਡਿਊਸ ਹੋਈ in half minute। ये स्टूडेंट्स ਤੁਸੀਂ ਇਹਨੂੰ ਕਰੋ ਤੇ ਫਿਰ ਮੈਂ ਤੁਹਾਡੀ ਵੇਟ ਕਰਦਾ ਹਾਂ। करांगे
ਹੁਣ ਹੀਟ ਪ੍ਰੋਡਿਊਸਡ ਕਿੰਨੀ ਹੋਏਗੀ? ਪਹਿਲੀ ਗੱਲ, ਹੀਟ ਦਾ ਐਸਆਈ ਸਿਸਟਮ ਦੇ ਵਿੱਚ ਕੀ ਯੂਨਿਟ ਆ? ਕੋਈ ਬੱਚਾ ਬੋਲੇ ਹੀਟ ਦਾ, ਯਾਦ ਰੱਖਣਾ ਸਟੂਡੈਂਟਸ, ਐਸਆਈ ਸਿਸਟਮ ਦੇ ਵਿੱਚ Joule. ਵਾਓ, એનર્ਜੀ ਦਾ, ਵਰਕ ਡਨ ਦਾ, ਸਾਰਿਆਂ ਦਾ ਯੂਨਿਟਸ ਕੀ ਹੈ? ਜਾਊਲ। ਇਸੇ ਸਾਇੰਟਿਸਟ ਦੇ ਨਾਮ ਤੇ ਜਿਹਨੇ ਜਾਊਲ ਐਕਸਪੈਰੀਮੈਂਟ ਕੀਤਾ, ਜਿਹਨੇ ਪ੍ਰੂਵ ਕੀਤਾ ਕਿ ਹੀਟ ਵੀ ਇਜ਼ ਅ ਫਾਰਮ ਆਫ એનર્ਜੀ, ਜਿਹੜਾ ਕਿ 20-25 ਸਾਲ ਤੱਕ ਦੁਨੀਆ ਦੀ ਸਭ ਤੋਂ ਬੈਸਟ ਯੂਨੀਵਰਸਿਟੀਜ਼ ਦੇ ਵਿੱਚ ਗਲਤ ਪੜਾਇਆ ਜਾਂਦਾ ਸੀ ਕਿ ਹੀਟ ਇਜ਼ ਅ ਫਾਰਮ ਆਫ ਫਲੂਇਡ, ਹੈ ਨਾ, ਅਨਨੈਚੁਰਲ ਟ੍ਰਾਂਸਪੇਰੈਂਟ ਫਲੂਇਡ। ਠੀਕ ਹੈ, ਸੋ ਹੀਟ ਆਏਗੀ I ਸਕੁਏਅਰ ਆਰ ਟੀ। ਸੋ ਆਈ ਕਿੰਨਾ ਸਟੂਡੈਂਟ? ਤੁਸੀਂ ਇਹਦਾ ਸਭ ਤੋਂ ਵਧੀਆ ਵਾ, ਜਦੋਂ ਵੀ ਤੁਸੀਂ ਗਲਤੀ ਨਾ ਕਰੋ, ਤੁਸੀਂ ਯੂਨਿਟਸ ਲਿਖੋ। ਆਈ ਕਿੰਨਾ ਵਾ? 7 ਐਂਪੀਅਰ ਲਿਖ ਦਿਓ ਇਹਦਾ ਸਕੁਏਅਰ, ਇੰਟੂ ਆਰ ਕਿੰਨਾ ਵਾ? 25 ਓਮ। ਵੈਰੀ ਗੁੱਡ। ਇੰਟੂ ਹੁਣ ਜਦੋਂ ਤੁਸੀਂ, ਤੁਹਾਡਾ ਹੱਥ ਤੁਹਾਨੂੰ ਦੱਸੇਗਾ ਕਿ ਟੀ ਜਿਹੜਾ ਹੁਣ ਮਿੰਟ ਵਿੱਚ ਨਹੀਂ ਲੈਣਾ, ਕਿਉਂਕਿ ਮਿੰਟ ਐਸਆਈ ਸਿਸਟਮ ਨਹੀਂ ਆ। ਸੋ ਅੱਧੇ ਮਿੰਟ ਦੇ ਤੁਹਾਡੇ ਕੋਲ ਹੋ ਗਏ 60 ਸੈਕਿੰਡ। ਵੈਰੀ ਗੁੱਡ। ये हो गया जी 49 into 25 into 60. So this is equal to 3.68. Sorry, not 60 but 30. Thank you, it's right. 60 नहीं आएगा स्टूडेंट्स, आई एम सॉरी, 30 सेकेंड है ना, गलती हो गई। 3.68 into 10 raised to power 4 joule, मतलब that is equal to 368 4 joule. ठीक है, so only one student has given the correct answer, Sargun Kaur. Let's clap for her. Very good. Alright students, ਇਹਦੇ ਨਾਲ ਅਸੀਂ ਇੱਕ ਹੋਰ numerical ਕਰਦੇ ਹਾਂ। ਉਹ ਕਹਿੰਦਾ ਵਾ ਕਿ 200 joule, ਤੁਸੀਂ ਵੀ ਕਰੋ, 200 joule ਹੀਟ ਪ੍ਰੋਡਿਊਸ ਹੋ ਰਹੀ ਆ, ਉਹ ਦਿੱਤਾ ਉਹਨੇ। 200 joule ਹੀਟ ਪ੍ਰੋਡਿਊਸ ਹੋ ਰਹੀ ਆ। 200 joule of heat is produced 10 seconds, in 10 seconds। ठीक है जी, ਤੇ 5 ohm ਦਾ resistance ਹੈ। ਠੀਕ ਹੈ ਸਟੂਡੈਂਟਸ, 5 ohm ਦਾ resistance ਹੈ। ਉਹ ਕਹਿੰਦਾ ਦੱਸੋ ਕਿ potential difference ਕਿੰਨਾ ਵਾ? PD, PD मतलब डेल्टा V या V, potential difference ਕਿੰਨਾ ਸੀ? ਆਲਰਾਈਟ ਸਟੂਡੈਂਟ, ਤੁਸੀਂ ਕਰੋ, ਮੈਂ ਵੇਟ ਕਰਦਾ ਹਾਂ ਜੀ। ਇੱਕ ਮਿਸਟੇਕ ਪਿਛਲੇ ਸਮ ਦੇ ਵਿੱਚ, ਆ ਦੇਖੋ ਮੈਂ ਕਿਹਾ ਸੀ 3684 ਜਾਊਲ ਹੈ, ਨਹੀਂ, ਇਹ ਆਨਸਰ ਠੀਕ ਹੈ, 3.68 10 raised to power 4 ਹੈ ਨਾ। ਸੋ 36840 ਜਾਊਲ ਹੈ, ਇੱਥੇ 4 ਆਣਾ ਸੀ ਜਾਊਲ। ਠੀਕ ਹੈ, ਸੋ ਇਹ ਤੁਹਾਡੀ ਗਲਤੀ ਠੀਕ ਕਰ ਲਓ ਪਲੀਜ਼। ਓਕੇ, ਹੁਣ ਉਹ ਕਹਿੰਦਾ ਕਿ ਆ ਠੀਕ ਹੈ, ਹੁਣ ਇਦਾਂ ਕਿੱਦਾਂ ਕਰਾਂਗੇ? ਠੀਕ ਹੈ, ਮੈਂ ਬੁੱਕ ਤੋਂ ਬਗੈਰ ਕਰਦਾ ਵਾਂ, ਕੋਸ਼ਿਸ਼ ਕਰਦਾ। ਸੋ ਇਹ ਕੀ ਆ? ਹੀਟ ਪ੍ਰੋਡਿਊਸਡ ਸਾਨੂੰ ਪਤਾ ਇਜ਼ ਇਕੁਅਲ ਟੂ I ਸਕੁਏਅਰ ਆਰ ਟੀ। हीट प्रोड्यूस देती हुई है 200 joule is equal to I square। I square is करंट कितना वा दिता? करंट नहीं दिता उन्हें। ठीक है, I square into R रेजिस्टेंस दिता वा 5 ओम, कितने सेकंड वास्ते? 10 सेकंड वास्ते। ठीक है जी, सो I square is equal to 0 ना 0 गई 4, सो I is equal to 2 एम्पियर आ गया। I 2 एम्पियर आ गया, कटना किसी वोल्टेज। ओके, सो वोल्टेज V would be equal to I into R by Ohm's law। मैं पूरा लिखांगा इथे, by Ohm's law। Right students, V is equal to IR, so that will be equal to 2 into resistance is equal to 5, that is equal to 10 voltage। ठीक है, so साडे दे विचों सिर्फ अरमानदीप सिंह is able to do this sum fast। ठीक है ना, वो बोले नहीं मगर तुसी ते अमितोज सिंह, बट तेरे वैसे कोई ताली नहीं, ਤੁਹਾਡੀ क्लास ਵੱਡੀ ਹੈ, but it's good, you have done it। So please clap for both these students। All right, ठीक है, ठीक है, मुझे ज़्यादा खुशी होगी कि ये बच्चा भी करे, अमृतपाल भी करे। ऑल राइट स्टूडेंट्स, ये सारा हो गया, वेरी गुड। इस तो बाद एनसीईआरटी ਦਾ ਕੋਈ ਵੀ ਸਮ ਇਦਾਂ ਦਾ ਨਹੀਂ ਆ ਜਿਹੜਾ ਤੁਸੀਂ ਨਹੀਂ ਕਰ ਪਾਓਗੇ। ਠੀਕ ਹੈ ਸਟੂਡੈਂਟਸ, ਇਸ ਤੋਂ ਬਾਅਦ ਇੱਕ ਮੈਂ ਤੁਹਾਨੂੰ ਹੋਰ, फिर आ जाता वो स्टूडेंट से भी ऐसी गल कर लीजिए, प्रैक्टिकल एप्लीकेशंस ऑफ हीटिंग इफेक्ट ऑफ करंट। प्रैक्टिकल एप्लीकेशंस की है, ठीक है ना। नंबर 1 देखो स्टूडेंट्स, इलेक्ट्रिक बल्ब, ठीक है ना। ਹੁਣ ਇਹਦੀ ਫਿਲਾਮੈਂਟ ਹੁੰਦੀ ਆ, ਇਹਦੀ ਫਿਲਾਮੈਂਟ ਕਿਹਦੀ ਬਣਦੀ ਆ ਤੁਹਾਨੂੰ ਪਤਾ ਜੀ? यस, टंगस्टन। टंगस्टन TN ਹੁੰਦਾ, टंगस्टन। टंगस्टन, हाँ जी, ठीक जी।
टंगस्टन मोस्ट ऑफ द पावर जिहड़ी कंज्यूम है ना वो डिसिपेट हो जाती है इन द फॉर्म ऑफ हीट, ठीक है ना। सम पार्ट इज कन्वर्टेड टू लाइट, ठीक है ना। बड़े घट बच्चों को पता होएगा कि जो सूरज के सरफेस का टैंपरेचर आ वही टंगस्टन का टैंपरेचर हो जाता वा हाफ ऑफ दैट। सूरज के सरफेस का टैंपरेचर टंगस्टन ਦੇ ਵਿੱਚ ਹੋ ਜਾਂਦਾ ਵਾ, ਦੈਟਸ ਵਾਈ ਬਿਲਕੁਲ ਰੈੱਡ ਹੌਟ ਹੋ ਜਾਂਦੀ ਹੈ। ਤੁਸੀਂ ਦੇਖਿਆ ਹੋਵੇਗਾ ਕਦੇ ਪੁਰਾਣੇ ਬਲਬਾਂ 'ਚ, ਹੁਣ ਤਾਂ ਟੈਕਨੋਲੋਜੀ ਡਿਫਰੈਂਟ ਆ ਗਈ। ਹੁਣ ਮਰਕਰੀ ਦੇ ਵੇਪਰ ਜਦੋਂ ਬਣਦੇ ਨੇ ਉਹ ਤੁਹਾਨੂੰ ਹੀਟ ਲੂਮੀਨਸ ਇੰਟੈਂਸਿਟੀ 'ਚ ਕਨਵਰਟ ਹੋ ਜਾਂਦੇ ਨੇ। ਹੁਣ ਡਿਫਰੈਂਟ ਟੈਕਨੀਕ ਹੈ ਨਾ। ਸੋ ਜੇ ਟੰਗਸਟਨ ਬਲਬ ਜਿਹੜਾ ਓਰੀਜਨਲ ਜਿਹੜਾ ਸਾਡਾ ਬਲਬ ਹੈਗਾ ਸੀ ਉਹਦਾ ਇਹੀ ਚੱਕਰ ਹੈ। ਇਹ ਜਿਹੜੀ ਆ ਇਹਦੀ ਫਿਲਾਮੈਂਟ ਹੈ, ਤੇ ਜਿਹੜੀ ਫਿਲਾਮੈਂਟ ਟੰਗਸਟਨ ਦੀ ਹੁੰਦੀ ਸੀ। ਇਲੈਕਟ੍ਰੀਕਲ एनर्जी जो आप देने करंट पास करता वा तो बहुत हाई टैंपरेचर पर चले जाती है। वो टैंपरेचर पर जाके उस टैंपरेचर पर जाके ही ये ऑप्टिकल एनर्जी नू रिलीज करती है। उस टैंपरेचर पर जाके जे उस टैंपरेचर पर ना जाती, मतलब जे हीटिंग इफेक्ट ऑफ करंट ना होंदा, करंट का हीटिंग इफेक्ट, तो सानू बल्ब नहीं मिलता, ठीक है। फिर इलैक्ट्रिक फ्यूज तुसीं देखिया होना स्टूडेंट, तुहाडे जो मीटर लग्या ना, ਤੁਹਾਡੇ ਮੀਟਰ ਦੇ ਵਿੱਚ ਆ ਇੱਕ ਇਸ ਤਰ੍ਹਾਂ ਦਾ ਚੀਜ਼ ਲੱਗੀ ਹੁੰਦੀ ਆ, ਤੁਸੀਂ ਦੇਖੀ ਹੋਣੀ। ਇਹਦੇ ਵਿੱਚ ਤੁਸੀਂ ਇਹਨੂੰ ਉਹਦੇ ਉਧਰਲੇ ਪਾਸਿਓਂ ਇਹਦੇ ਵਿੱਚ ਕੀ ਆ, ਇੱਕ ਐਂ ਕਰਕੇ ਫਾਇਰ ਲੱਗੀ ਹੁੰਦੀ ਆ। ਤੇ ਹੁਣ ਕੀ ਆ, ਜਦੋਂ ਤੁਹਾਡੇ ਜਦੋਂ ਵੀ ਇਲੈਕਟ੍ਰਿਸਿਟੀ ਆਉਂਦੀ ਹੈ ਤੁਹਾਡੇ ਘਰ, ਉਹ ਫਿਊਜ਼ ਦੇ ਥਰੂ ਆਉਂਦੀ ਹੈ। ਫਿਊਜ਼ ਦਾ ਮਤਲਬ ਵੀ ਇਹ ਆ, ਤੁਹਾਨੂੰ ਉੱਥੋਂ ਪਤਾ ਲੱਗ ਜਾਏਗਾ ਕਿ ਮਤਲਬ ਕੀ ਆ। ਫਿਊਜ਼ ਦਾ ਮਤਲਬ ਫਿਊਜ਼ ਹੋ ਜਾਣਾ, ਮਤਲਬ ਫਿਊਜ਼ ਹੋ ਕੇ ਮੈਲਟ ਹੋ ਕੇ ਬ੍ਰੇਕ ਕਰ ਦੇਣਾ ਸਰਕਟ ਨੂੰ। ਜਦੋਂ ਬਾਹਰੋਂ मतलब कि बहुत ज़्यादा करंट किते आ जाए, ठीक है ना, हाई वोल्टेज आके जो भी आ, सो किया कि साडे इलैक्ट्रिकल अप्लायंसिस, ठीक है ना, ਉਹ ਇੱਕ ਉਹਨਾਂ ਦੀ ਪਾਰਟਿਕੂਲਰ ਰੇਟਿੰਗ ਹੁੰਦੀ ਆ, ਉਸ ਰੇਟ 'ਚ ਕੰਮ ਕਰਦੇ ਆ, ਫ੍ਰੀਕੁਐਂਸੀ ਐਂਪੀਅਰ ਦੀ, ਹੈ ਨਾ। ਸੋ ਉਹ ਮੇਰੇ ਖਿਆਲ ਇਫ ਆਮ ਨਾਟ ਵੈਰੀ ਸ਼ੋਰ ਸ਼ਾਇਦ 50 ਐਂਪੀਅਰ ਦੀ ਰੇਟਿੰਗਸ ਦੇ ਇੰਡੀਆ ਦੇ ਵਿੱਚ ਇਲੈਕਟ੍ਰੀਕਲ ਅਪਲਾਇੰਸਿਸ ਹੁੰਦੇ ਨੇ, ਨਾਟ ਵੈਰੀ ਸ਼ੋਰ, ਚੈੱਕ ਕਰ ਲੈਣਾ। ਸੋ ਹੁਣ ਜਦੋਂ ਕਰੰਟ ਜ਼ਿਆਦਾ ਹੋ ਜਾਏ ਉਸ ਤੋਂ फिर इलैक्ट्रिकल अप्लायंसिस सड़ जाएंगे, इस करके फ्यूज काम करता वा। वो फ्यूज की है कि जो ये इस तार दे विचों दी 50 एंपीयर तो ज़्यादा करंट पास करता वा, तो यदा टैंपरेचर वध जाता वा। जो टैंपरेचर वध जाता वा तो एक ही होंगे, इतों मैल्ट हो जाता, मैल्ट होके ये घर के सर्किट नूं की कर दिंदा वा, ब्रेक कर दिंदा। क्योंकि जे फ्यूज लग्या वा फिर ही आ रहा, इस करके फिर असीं दोबारा की करते हैं, ਉਹਨੂੰ ਲਾਣੇ ਆ, ਇਹਨੂੰ ਦੁਬਾਰਾ ਲਾਣੇ। ਇੱਥੇ ਦੋ ਦਿੱਤੇ ਹੁੰਦੇ ਨੇ ਜਗ੍ਹਾ ਲਾਉਣ ਵਾਸਤੇ, ਦੁਬਾਰਾ ਤੁਸੀਂ ਉਹਦੇ ਵਿੱਚ ਪਤਲੀ ਜਿਹੀ ਕੋਈ ਵਾਰ ਲਾਉਂਦੇ ਹੋ। ਹੁਣ ਕੋਈ ਮੂਰਖ ਬੰਦਾ ਹੋਏਗਾ ਉਹਦੇ ਵਿੱਚ ਮੋਟੀ ਜਿਹੀ ਵਾਇਰ ਲਾ ਦੇਗਾ। ਜਦੋਂ ਮੋਟੀ ਜਿਹੀ ਵਾਰ ਲਾਏਗਾ, ਉਹ ਮੋਟੀ ਜਿਹੀ ਵਾਇਰ ਜ਼ਿਆਦਾ ਕਰੰਟ ਨੂੰ ਅਲਾਓ ਕਰ ਦੇਗੀ ਆਪਣੇ ਅੰਦਰੋਂ ਫਲੋ ਕਰਨ ਨੂੰ, ਠੀਕ ਹੈ ਨਾ, ਕਿਉਂਕਿ ਉਹਦਾ ਮੈਲਟਿੰਗ ਪੁਆਇੰਟ ਮੋਟੀ ਜਿਹੀ ਵਾਇਰ ਦਾ ਹਾਈ ਹੋਏਗਾ। ਇਹਦੇ ਨਾਲ ਤੁਹਾਡੀ ਇਲੈਕਟ੍ਰੀਕਲ ਅਪਲਾਇੰਸਿਸ ਸਾਰੀਆਂ ਸੜ ਜਾਣਗੀਆਂ, ਠੀਕ ਹੈ। ਸੋ ਇਹ ਸਾਰੀ ਗੱਲ ਆ। ਲਾਸਟ ਸਟੂਡੈਂਟਸ ਆਪਾਂ ਗੱਲ ਕਰਦੇ ਹਾਂ, ਇਹ ਬਹੁਤ ਇੰਪੋਰਟੈਂਟ ਆ, ਇਲੈਕਟ੍ਰਿਕ ਪਾਵਰ। ਹੁਣ ਤੁਸੀਂ ਦੇਖੋ ਸਟੂਡੈਂਟਸ, ਤੁਸੀਂ ਜਿਹੜਾ ਤੁਹਾਡਾ ਮੀਟਰ ਹੈ ਘਰ ਦਾ, ਇਹ ਤੁਹਾਡੇ ਘਰ ਦਾ ਮੀਟਰ ਹੈ। ਮੀਟਰ ਦੇ ਨਾਲ ਲਿਖਿਆ ਹੁੰਦਾ ਵਾ ਕਿਲੋ, ਕੇ ਛੋਟਾ, ਡਬਲਿਊ ਵੱਡਾ, ਕਿਲੋ ਵਾਟ ਆਵਰ। ਕਿਲੋ ਵਾਟ ਆਵਰ ਨੂੰ ਹੀ ਅਸੀਂ ਯੂਨਿਟ ਕਹਿੰਦੇ ਹਾਂ, ਹੈ ਨਾ। ਜਿਹੜਾ ਯੂਨਿਟ ਪੰਜਾਬ 'ਚ 8 ਰੁਪਏ ਜਾਂ 8.5 ਰੁਪਏ ਪਰ ਯੂਨਿਟ, ਜਾਂ ਕਹਿ ਲਓ ਪਰ किलो वाट आवर तुहानूं बिजली मिलती है। हैरानगी की गल है, यह भी एक हिसाब का आई फील दैट इट्स रॉन्ग, क्योंकि पंजाब भाखड़ा नंगल डैम तो बिजली बनाता वा, तो पंजाबी तो ही बिजली जी महंगी मिलती है। यही बिजली जो दिल्ली या हरियाणे सप्लाई होंगी है, उत्थे 5 रुपये यूनिट लोगों को विकती है, ठीक है। एंड जस्ट लाइक you know the water of Punjab, you know, a lot of states are using the water but without paying any money. So that is against the riparian treaty of rivers, ठीक है। So electric power की है स्टूडेंट्स। ਹੁਣ ਤੁਸੀਂ ਦੇਖੋ कि जी W is the amount of electric energy consumed by a circuit in 10 seconds. Once again, W is the amount of electric energy consumed by a circuit in t seconds। ਤੇ power ਕਿੰਨੀ ਹੋਈ? Power is rate of doing work, so that is W divided by T, ठीक है। तो पावर ਦੇ यूनिट्स ਕੀ ਹੁੰਦੇ ਨੇ? ਕਿਹੜਾ ਸਾਇੰਟਿਸਟ ਸੀ ਜਿਹਨੇ ਦੁਨੀਆ ਨੂੰ ਦਿਖਾਇਆ ਸੀ ਕਿ ਪਾਵਰ ਜਿਹੜੀ ਸਟੀਮ ਹੈ ਉਹ ਕਿੰਨੀ ਪਾਵਰਫੁਲ ਹੈ? ਸੋ ਦੈਟ ਵਾਸ ਜੇਮਸ ਵਾਟ। ਸੋ ਉਹਨੂੰ ਕ੍ਰੈਡਿਟ ਦੇਣ ਵਾਸਤੇ ਉਹਦੇ ਨਾਮ ਨੂੰ ਪਾਵਰ ਦੇ ਯੂਨਿਟ ਵਜੋਂ ਜਾਣਿਆ ਜਾਂਦਾ, ਵਾਟ। ਸੋ ਦਿਸ ਇਜ਼ ਵਾਟ। ਸੋ 1 watt is equal to
1 joule per second. कोई बंदा पूछे what दी की definition है, you can say 1 joule of work is done in 1 second. Students, suppose 10 joule of work is done in 10 second. What is the power? 1 watt. Very good. ठीक है जी. So इत्थों सानू पता लग गया P is equal to W by T. ठीक है ना. So W is equal to हुणे असी कढ़िया सी W work done is I square RT, or it is equal to IR into I into T. IR is VIT. So I will write P is equal to VIT divided by T. T cancels with T, so power is equal to V into I. Always remember, power of electric circuit is voltage into current. Voltage multiplied by current is the power. Am I right, students? So by Ohm's law, ਅਸੀਂ ਇਹ ਵੀ ਕਹਿ ਸਕਦੇ ਹਾਂ ਕਿ V is equal to IR. So power is equal to IR into I. Am I right? IR into I. So this is equal to I square R. This is equal to I square R. ठीक है ना? Now students, you know that we can write it like this. Just see, I square into R square divided by R. मतलब मैं ਕੀ ਕੀਤਾ, ਇਹਨੂੰ R ਨਾਲ ਮਲਟੀਪਲਾਈ ਕੀਤਾ, R ਨਾਲ ਡਿਵਾਈਡ ਕੀਤਾ. ਇਹ ਜਿਹੜਾ R ਨਾਲ ਮਲਟੀਪਲਾਈ ਕੀਤਾ, I square R square ਹੋ ਗਿਆ. Now I square R square ਕੀ ਹੈ? IR ਦਾ square. IR is V square divided by R. So you can say power ਦੇ ਦੋ ਫਾਰਮੂਲਾ ਆ ਗਏ. ਇੱਕ ਪਾਵਰ ਦਾ ਫਾਰਮੂਲਾ ਆ ਗਿਆ V into I, ਦੂਜਾ ਫਾਰਮੂਲਾ ਵਾ V square by R. ਤੁਸੀਂ ਕਹੋਗੇ ਸਰ ਦੋ ਫਾਰਮੂਲਿਆਂ ਦੀ ਕੀ ਲੋੜ ਹੈ? ਬੜੀ ਲੋੜ ਹੈ. ਕਈ ਵਾਰੀ ਤੁਹਾਨੂੰ ਪਾਵਰ ਕੈਲਕੂਲੇਟ ਕਰਨ 'ਚ ਵੋਲਟੇਜ ਤੇ ਕਰੰਟ ਦਿੱਤਾ ਵਾ, ਇਹ ਯੂਜ਼ ਕਰੋ. ਕਈ ਵਾਰੀ ਤੁਹਾਨੂੰ ਪਾਵਰ ਕੈਲਕੂਲੇਟ ਕਰਨ 'ਚ ਕਰੰਟ ਨਹੀਂ ਦਿੱਤਾ, ਵੋਲਟੇਜ ਔਰ ਰੈਜ਼ਿਸਟੈਂਸ ਦਿੱਤਾ ਵਾ. ਠੀਕ ਹੈ ਨਾ. ਬਟ ਐਨੀਵੇ ਵੋਲਟੇਜ ਤੇ ਰੈਜ਼ਿਸਟੈਂਸ ਤੋਂ ਵੀ ਕਰੰਟ कैलकुलेट किया जा सकता है. ठीक है. बट P is equal to VI is also equal to V square by R. Last thing, students, ਤੁਹਾਡੇ ਕੋਲ ਜਿੰਨੇ ਵੀ AC ਜਾਂ ਫ੍ਰਿਜ ਜਾਂ ਜੋ ਵੀ ਆ, ਠੀਕ ਹੈ ਨਾ. ਸੋ ਉਹ ਆਏ ਕੁਐਸਚਨ ਕਈ ਵਾਰੀ ਆ ਸਕਦਾ ਵਾ ਕਿ ਫ੍ਰਿਜ ਜਿੰਨਾ ਟਾਈਮ ਚੱਲੇਗਾ ਤੇ ਕਿੰਨਾ ਜ਼ਿਆਦਾ ਖਰਚਾ ਹੋਏਗਾ. ਲੈਟਸ ਸੇ ਉਹ ਕਹਿੰਦਾ ਵਾ ਕਿ 1 ਯੂਨਿਟ ਦਾ ਖਰਚਾ ਵਾ 10 ਰੁਪਏ ਪਰ ਯੂਨਿਟ. ਯੂਨਿਟ ਦਾ ਕੀ ਮਤਲਬ ਦੱਸਿਆ ਸੀ? ਕਿਲੋ वाट आवर. ਇਹਦਾ ਮਤਲਬ ਕਿ ਪਰ ਆਵਰ ਨਹੀਂ ਹੈ, ਇਹ ਪਰ ਆਵਰ ਨਹੀਂ ਹੈ, ਇਹ ਕਿਲੋ ਵਾਟ ਆਵਰ ਹੈ, ਇਹ ਪਰ ਆਵਰ ਨਹੀਂ ਹੈ. ਕਿਲੋ ਵਾਟ ਅਦਰਵਾਈਜ਼ ਇਹਨੂੰ ਇਦਾਂ ਲਿਖਣਾ ਸੀ ਉਹਨਾਂ ਨੇ, ਕਿਲੋ ਐ ਕਰਕੇ ਲਿਖਣਾ ਸੀ, ਕਿਲੋ ਵਾਟ ਪਰ ਆਵਰ ਨਹੀਂ ਆ. ਇਹਦਾ ਮਤਲਬ ਕੀ ਆ ਕਿ ਮੰਨ ਲਓ ਸਟੂਡੈਂਟਸ ਤੁਹਾਡੇ ਕੋਲ 1000 ਵਾਟ ਦਾ ਕੋਈ ਹੀਟਰ ਹੈ. ਜੇ ਇਹ 1000 ਵਾਟ ਨੂੰ ਅਸੀਂ ਕੀ ਕਹਿ ਸਕਦੇ ਹਾਂ? 1 ਕਿਲੋ ਵਾਟ. ਜੇ ਇਹ ਹੀਟਰ ਲਗਾਤਾਰ 60 ਮਿੰਟਸ ਵਾਸਤੇ ਚੱਲੇ, ਮਤਲਬ ਜੇ ਲਗਾਤਾਰ ਇਹ 1 ਆਵਰ ਵਾਸਤੇ ਚੱਲੇ ਤੇ ਅਸੀਂ ਕਹਿੰਦੇ ਜੋ એનર્ਜੀ ਕੰਜ਼ਿਊਮ ਹੋਈ ਉਹ ਕਿੰਨੀ ਹੋਈ? 1 ਕਿਲੋ ਵਾਟ ਆਵਰ. ਗਾਟ ਇਟ? ਸੋ ਦਿਸ ਇਜ਼ ਇਕੁਅਲ ਟੂ 1 ਯੂਨਿਟ. ਕਿੰਨਾ ਖਰਚਾ ਤੁਹਾਡਾ ਆ ਗਿਆ? 1 ਯੂਨਿਟ ਇਜ਼ 10 ਰੁਪੀਸ. ਹੁਣ ਤੁਸੀਂ ਕਦੇ ਵੀ ਸਟੂਡੈਂਟਸ ਕਿਸੇ ਇਲੈਕਟ੍ਰੀਕਲ ਐਪਲਾਇੰਸਿਸ ਦਾ यूनिट कैलकुलेट करने होन कि कितने यूनिट्स कंज्यूम होंगे, सो दैट इज इक्वल टू